ਸਤਿ ਸ਼੍ਰੀ ਅਕਾਲ ਫਟਾਫਟ 100 ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਜਸਮੀਤ ਕੌਰ। ਦੇਸ਼ ਦੁਨੀਆ ਦੇ ਵਿੱਚ ਕੀ ਕੁਝ ਰਿਹਾ ਖਾਸ ਮਨੋਰੰਜਨ ਖੇਡ ਜਗਤ ਤੇ ਕਰਾਂਗੇ ਵਪਾਰ ਦੀ ਗੱਲ। ਸਭ ਤੋਂ ਪਹਿਲਾਂ ਨਜ਼ਰ ਪਾ ਲੈਂਦੇ ਹਾਂ ਸੂਬਾਈ ਖਬਰਾਂ ਤੇ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਵਣ ਸਿੰਘ ਪੰਧੇਰ 5 ਸਤੰਬਰ ਨੂੰ ਅੰਮ੍ਰਿਤਸਰ ਤੋਂ ਦਿੱਲੀ ਨੂੰ ਰਵਾਨਾ ਹੋਣ ਵਾਲੇ ਜਥੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਪਹੁੰਚੇ। इस मौके ने कहा कि काली खेती कानूनों के खिलाफ किसान जथेबंदियां पहले दिन तो ही डटियां हुई ने ते अज भी जोश पहले दिन के वांग ही बरकरार है। इस मौके दस्सिया कि 5 सतंबर ਨੂੰ ਅੰਮ੍ਰਿਤਸਰ ਜ਼ਿਲ੍ਹੇ ਤੋਂ ਕਿਸਾਨਾਂ ਦਾ ਵੱਡਾ ਕਾਫਲਾ ਰਵਾਨਾ ਹੋਵੇਗਾ ਅਤੇ ਇਸ ਦੌਰਾਨ ਕਿਸਾਨਾਂ ਦੇ ਅੰਦੋਲਨ ਨੂੰ ਮਜ਼ਬੂਤੀ ਪ੍ਰਦਾਨ ਕੀਤੀ ਜਾਵੇਗੀ। मोहाली जिले की प्राइवेट विद्यक संस्था के नाल ऑनलाइन दाखिलों के मामले में धोखाधड़ी करने वाले मुलजम संजय मीना को गिरफ्तार करके अदालत अगे पेश किया गया है। मामले की सुनवाई करदे होया कोर्ट के वलों संजय मीना को 3 दिनों के लिए पुलिस रिमांड से भेजने के आदेश दिते। गुरुद्वारा श्री ज्योति स्वरूप साहिब के सरोवर विचों गार कड्ढण तो बाद रेत पाउण की सेवा बाबा गुलजार सिंह कार सेवा वालियां वलों संगतां के सहयोग के नाल करवाई गई है। इस मौके के उत्ते SGPC के मैंबर रविंदर सिंह खालसा ने कहा कि 2019 तो बाद हुण 2 साल बाद सरोवर की सफाई की कार सेवा करवाई जा रही है। उन्होंने कहा कि गार कड्ढण तो बाद सरोवर संगत नूं अर्पण कर दिता जाएगा। संगरूर ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵਿੱਚ ਇਹ ਰੋਸ ਦਰਸਾਇਆ ਜਾ ਰਿਹਾ ਹੈ ਕਿ ਪਾਰਟੀ ਦੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਨਾ ਐਲਾਨ ਕੇ ਬਹੁਤ ਵੱਡੀ ਗਲਤੀ ਕੀਤੀ ਜਾ ਰਹੀ ਹੈ। ਵਰਕਰਾਂ ਦਾ ਕਹਿਣਾ ਹੈ ਕਿ ਪਿਛਲੇ ਚੋਣਾਂ ਵਿੱਚ ਸਰਕਾਰ ਨਾ ਬਣਨ ਦਾ ਕਾਰਨ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਨਾ ਐਲਾਨਣਾ ਸੀ। ਵਰਕਰਾਂ ਨੇ 2022 ਦੀਆਂ ਚੋਣਾਂ ਲਈ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦੀ ਮੰਗ ਕੀਤੀ। ਬਠਿੰਡਾ 'ਚ ਵੱਖ-ਵੱਖ ਥਾਵਾਂ ਤੇ ਖੇਤ ਮਜ਼ਦੂਰਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਹੈ। ਉਹਨਾਂ ਦਾ ਕਹਿਣਾ ਸੀ ਕਿ ਸਰਕਾਰ ਦੇ ਨਾਲ ਹੋਈ ਪਿਛਲੀ ਬੈਠਕ ਦੌਰਾਨ ਮੰਨੀਆਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਜੇਕਰ ਸਰਕਾਰ ਹੁਣ ਵੀ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੀ ਹੈ ਤਾਂ ਵੱਡੇ ਪੱਧਰ ਤੇ ਮੋਤੀ ਮਹਿਲ ਦਾ ਘਿਰਾਓ ਕੀਤਾ ਜਾਏਗਾ। ਮੋਗਾ ਦੇ ਨਵੇਂ ਪਰਵਾਨਾ ਨਗਰ ਦੇ ਕਈ ਘਰਾਂ ਤੇ ਬਿਜਲੀ ਦੇ ਡਿੱਗਣ ਦੇ ਨਾਲ ਮਾਲੀ ਨੁਕਸਾਨ ਦੀ ਖਬਰ ਹੈ। ਇਲਾਕਾ ਨਿਵਾਸੀਆਂ ਨੇ ਕਿਹਾ ਹੈ ਕਿ ਦੱਸਿਆ ਹੈ ਕਿ ਬਿਜਲੀ ਡਿੱਗਣ ਦੇ ਨਾਲ ਉਹਨਾਂ ਦੇ ਘਰ ਦੀ ਬਿਜਲੀ ਦੀ ਫਿਟਿੰਗ ਸੜ ਕੇ ਸੁਆਹ ਹੋ ਗਈ ਹੈ ਤੇ ਘਰ ਦਾ ਲੈਂਟਰ ਵੀ ਡਿੱਗਣ ਤੇ ਆ ਗਿਆ ਹੈ। ਕੁਦਰਤ ਦੀ ਮਾਰ ਹੇਠ ਆਏ ਲੋਕਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਮਲੋਟ ਵਿਖੇ 8 ਸਾਲ ਦੇ ਲੜਕੇ ਨਾਲ ਮੋਬਾਈਲ ਦੇਣ ਦੇ ਬਹਾਨੇ ਬਦਫੈਲੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਪੀੜਤ ਬੱਚੇ ਦੇ ਪਿਤਾ ਦੇ ਬਿਆਨਾਂ ਤੇ ਮੁਕੱਦਮਾ ਦਰਜ ਕਰ ਲਿਆ। ਕਪੂਰਥਲਾ ਪੁਲਿਸ ਨੇ 24 ਘੰਟਿਆਂ ਦੇ ਅੰਦਰ ਪਾਸਪੋਰਟ ਚੋਰਾਂ ਨੂੰ ਕਾਬੂ ਕਰ ਵੱਡੀ ਸਫਲਤਾ ਹਾਸਲ ਕੀਤੀ ਹੈ। ਦੱਸਿਏ ਕਿ ਬਾਈਕ ਤੇ ਸਵਾਰ ਇਹ ਚੋਰ ਪ੍ਰਭਜੋਤ ਨਾਮ ਦੀ ਲੜਕੀ ਤੋਂ ਉਸ ਦਾ ਪਰਸ ਝਪਟ ਕੇ ਫਰਾਰ ਹੋ ਗਏ ਸਨ, ਜਿਸ ਵਿੱਚ ਉਸ ਦਾ ਵੀਜ਼ਾ ਲੱਗਿਆ ਹੋਇਆ ਪਾਸਪੋਰਟ ਵੀ ਸੀ ਅਤੇ 2 ਦਿਨ ਬਾਅਦ ਹੀ ਲੜਕੀ ਦੀ ਕੈਨੇਡਾ ਦੀ ਫਲਾਈਟ ਵੀ ਸੀ। ਪਰ ਪੁਲਿਸ ਨੇ ਸਮੇਂ ਰਹਿੰਦੇ ਹੀ ਪ੍ਰਭਜੋਤ ਨੂੰ ਉਸ ਦਾ ਪਰਸ ਅਤੇ ਪਾਸਪੋਰਟ ਵਾਪਸ ਕੀਤਾ ਤੇ ਚੋਰਾਂ ਨੂੰ ਕਾਬੂ ਕਰ ਲਿਆ। ਇਸ ਦੇ ਨਾਲ ਹੀ ਪੁਲਿਸ ਦੇ ਵੱਲੋਂ ਅਗਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਥਾਣਾ ਖੇੜੀ ਨੌਜ ਸਿੰਘ ਵਿਖੇ ਯੂਕੋ ਬੈਂਕ ਵਿੱਚ ਚੋਰੀ ਕਰਨ ਵਾਲੇ ਗਿਰੋਹ ਨੂੰ ਪੁਲਿਸ ਨੇ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਉਹਨਾਂ ਕੋਲੋਂ ਚੋਰੀ ਕੀਤਾ ਹੋਇਆ ਸਮਾਨ ਵੀ ਬਰਾਮਦ ਕੀਤਾ। ਸੁਲਤਾਨਪੁਰ ਲੋਧੀ ਵਿਖੇ ਇੱਕ ਬਜ਼ੁਰਗ ਔਰਤ ਦਾ ਕਤਲ ਕਰ ਦਿੱਤਾ ਗਿਆ ਸੀ, ਜਿਸ ਨੂੰ ਪੁਲਿਸ ਦੇ ਵੱਲੋਂ 72 ਘੰਟਿਆਂ 'ਚ ਹੱਲ ਕਰ ਲਿਆ ਗਿਆ। ਪੁਲਿਸ ਨੇ ਮਾਮਲੇ ਦੀ ਛਾਣਬੀਣ ਕਰਕੇ 3 ਦਿਨਾਂ ਵਿੱਚ 2 ਦੋਸ਼ੀਆਂ ਨੂੰ ਕਾਬੂ ਕੀਤਾ ਹੈ ਅਤੇ ਰਿਮਾਂਡ ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਬਜ਼ੁਰਗ ਮਹਿਲਾ ਦੀ ਪਛਾਣ ਸਰੋਜ ਕੁਮਾਰੀ ਵਜੋਂ ਹੋਈ ਹੈ, ਜੋ ਕਿ 10-12 ਸਾਲ ਪਹਿਲਾਂ ਸਿਹਤ ਵਿਭਾਗ ਦੇ ਵਿੱਚੋਂ ਰਿਟਾਇਰ ਹੋਏ ਸਨ। ਵਿਧਾਨ ਸਭਾ ਹਲਕਾ ਮੌੜ ਦੀ ਟਿਕਟ ਨੂੰ ਲੈ ਕੇ ਨਿਰਾਸ਼ ਚੱਲ ਰਹੀ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਰਾਜ਼ੀ ਕਰਨ ਲਈ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਮਲੂਕਾ ਦੀ ਰਿਹਾਇਸ਼ ਤੇ ਪਹੁੰਚੇ। ਮੀਟਿੰਗ ਤੋਂ ਬਾਅਦ ਐਲਾਨ ਕੀਤਾ ਗਿਆ ਹੈ ਕਿ ਮਲੂਕਾ ਹੀ ਰਾਮਪੁਰਾ ਫੂਲ ਤੋਂ ਚੋਣ ਲੜਨਗੇ, ਜਿਸ ਲਈ ਮਲੂਕਾ ਵੀ ਰਾਜ਼ੀ ਹੋ ਗਏ ਨੇ। ਸੁਖਬੀਰ ਬਾਦਲ ਦੇ ਵੱਲੋਂ ਸਿਕੰਦਰ ਸਿੰਘ ਮਲੂਕਾ ਅਤੇ ਉਹਨਾਂ ਦੇ ਸੁਪੁੱਤਰ ਗੁਰਪ੍ਰੀਤ ਸਿੰਘ ਮਲੂਕਾ ਦੇ ਨਾਲ ਮੁਲਾਕਾਤ ਕੀਤੀ ਗਈ। ਕੋਵਿਡ ਦੇ ਨਾਲ ਹੁਣ ਡੇਂਗੂ ਦੇ ਵੀ ਚਿੰਤਾ ਵਧਾ ਦਿੱਤੀ ਹੈ। ਪਠਾਨਕੋਟ 'ਚ ਲਗਾਤਾਰ ਡੇਂਗੂ ਦੇ ਮਰੀਜ਼ ਸਾਹਮਣੇ ਆ ਰਹੇ ਨੇ ਤੇ ਅੱਜ ਵੀ 6 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇੱਕ ਮਹੀਨੇ ਦੇ ਵਿੱਚ 30 ਡੇਂਗੂ ਦੇ ਮਰੀਜ਼ ਸਾਹਮਣੇ ਆ ਚੁੱਕੇ ਨੇ। ਇਸ ਦੇ ਨਾਲ ਹੀ ਸਿਹਤ ਵਿਭਾਗ ਵੱਲੋਂ ਚੌਕਸੀ ਵਰਤੀ ਜਾ ਰਹੀ ਹੈ ਤੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦਾ ਕਹਿਣਾ ਹੈ ਕਿ ਕੈਪਟਨ ਸਰਕਾਰ ਕੇਂਦਰ ਨਾਲ ਮਿਲ ਕੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਤੇ ਤੁਲੀ ਹੋਈ ਹੈ ਤੇ ਕੇਂਦਰ ਦੇ ਵੱਲੋਂ ਪੰਜਾਬ 'ਚ ਰਾਸ਼ਟਰਪਤੀ ਸ਼ਾਸਨ ਲਿਆਉਣ ਦੇ ਲਈ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਇਸ ਤੋਂ ਇਲਾਵਾ ਮਜੀਠੀਆ ਦੇ ਵੱਲੋਂ ਸੂਬਾ ਸਰਕਾਰ ਦੀ 4.5 ਸਾਲ ਦੀ ਕਾਰਗੁਜ਼ਾਰੀ ਤੇ ਵੀ ਵੱਡੇ ਸਵਾਲ ਚੁੱਕੇ। ਦੱਸਦੇ ਕਿ ਬਿਕਰਮ ਮਜੀਠੀਆ ਹਲਕਾ ਮਜੀਠਾ ਦੇ ਪਿੰਡ ਨਵੇਂ ਨਾਗ ਵਿੱਚ ਰੰਗਰੇਟਾ ਗੁਰੂ ਕਾ ਬੇਟਾ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਸਜਾਏ ਗਏ ਵਿਸ਼ਾਲ ਨਗਰ ਕੀਰਤਨ ਦੇ ਵਿੱਚ ਪਹੁੰਚੇ ਹੋਏ ਸਨ। ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਨਾ ਐਲਾਨਣ ਦੇ ਉੱਤੇ ਨਾਰਾਜ਼ਗੀ ਪ੍ਰਗਟ ਕੀਤੀ ਹੈ। ਉੱਥੇ ਵਰਕਰਾਂ ਨੂੰ ਪਾਰਟੀ 'ਚ ਬਣਦਾ ਮਾਨ ਸਨਮਾਨ ਦਿਵਾਉਣ ਦੀ ਮੰਗ ਨੂੰ ਲੈ ਕੇ ਆਪ ਵਰਕਰਾਂ ਵੱਲੋਂ ਲੁਧਿਆਣਾ ਤੋਂ ਚੰਡੀਗੜ੍ਹ ਤੱਕ ਪੈਦਲ ਮਾਰਚ ਕੱਢਿਆ ਜਾ ਰਿਹਾ ਹੈ। ਇਹ ਪੈਦਲ ਮਾਰਚ ਸ਼ਨੀਵਾਰ ਸਵੇਰੇ ਸ਼ੁਰੂ ਹੋਇਆ ਹੈ ਤੇ ਸੋਮਵਾਰ ਤੱਕ ਚੰਡੀਗੜ੍ਹ ਪਹੁੰਚੇਗਾ, ਜਿੱਥੇ ਪਹੁੰਚ ਕੇ ਵਰਕਰ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦੀ ਮੰਗ ਰੱਖਣਗੇ। ਉੱਥੇ ਹੀ ਆਪ ਦੇ ਵੱਡੇ ਆਗੂਆਂ ਦੇ ਸਾਹਮਣੇ ਦੂਜੀਆਂ ਪਾਰਟੀਆਂ ਤੋਂ ਆਏ ਹੋਏ ਆਗੂਆਂ ਦਾ ਵਿਰੋਧ ਵੀ ਜਤਾਇਆ ਜਾਵੇਗਾ। ਇਸ ਦੇ ਨਾਲ ਹੀ ਪੈਦਲ ਮਾਰਚ ਕੱਢ ਕੇ ਆਪ ਵਰਕਰਾਂ ਨੇ ਅਤੇ ਆਗੂਆਂ ਨੇ ਪੈਸੇ ਲੈ ਕੇ ਇੱਕ ਦੂਜੇ ਪਾਰਟੀਆਂ ਤੋਂ ਆਏ ਆਗੂਆਂ ਨੂੰ ਟਿਕਟਾਂ ਵੇਚਣ ਅਤੇ ਉੱਚ ਅਹੁਦੇ ਦੇਣ ਦੇ ਇਲਜ਼ਾਮ ਵੀ ਲਗਾਏ ਨੇ। ਬਟਾਲਾ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 534ਵੇਂ ਵਿਆਹ ਪੁਰਬ ਨੂੰ ਲੈ ਕੇ ਤਿਆਰੀਆਂ ਜ਼ੋਰਾਂ ਸ਼ੋਰਾਂ ਤੇ ਉੱਤੇ ਨੇ, ਜਿਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਵਿਖੇ ਧਾਰਮਿਕ ਦੀਵਾਨ ਵੀ ਸਜਾਏ ਜਾਣਗੇ। ਗੁਰਦੁਆਰਾ ਸਾਹਿਬ ਦੇ ਮੈਨੇਜਰ ਨੇ ਦੱਸਿਆ ਕਿ ਕੋਵਿਡ ਨਿਯਮ ਨੂੰ ਅਪਣਾਉਂਦਿਆਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਨਗਰ ਕੀਰਤਨ ਸਜਾਇਆ ਜਾਏਗਾ। ਦੱਸਿਏ ਕਿ ਵਿਆਹ ਪੁਰਬ ਪੂਰੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਵੇਗਾ ਅਤੇ ਇਸ ਮੌਕੇ ਤੇ ਪੂਰੇ ਸ਼ਹਿਰ ਨੂੰ ਸੁੰਦਰ ਤਰੀਕੇ ਦੇ ਨਾਲ ਸਜਾਇਆ ਜਾਂਦਾ ਹੈ। ਨਰਾਗਾਗਾ ਦੇ ਪਿੰਡ ਪਿਸ਼ੌਰ ਤੋਂ 2 ਕੁੜੀਆਂ ਨੂੰ ਅਗਵਾ ਕਰਨ ਦੇ ਮਾਮਲੇ ਵਿੱਚ ਪਿੰਡ ਵਾਸੀਆਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਗੁਰਾਹਾ ਦੇ ਵੱਲੋਂ ਪੁਲਿਸ ਦੇ ਭਰੋਸੇ ਤੋਂ ਬਾਅਦ ਧਰਨਾ ਸਮਾਪਤ ਕੀਤਾ ਗਿਆ ਹੈ। ਦੂਜੇ ਪਾਸੇ ਪਿੰਡ ਵਾਸੀਆਂ ਨੇ ਕਾਰਵਾਈ ਨਾ ਕਰਨ ਤੇ ਪੁਲਿਸ ਨੂੰ 3 ਦਿਨ ਦਾ ਅਲਟੀਮੇਟਮ ਦਿੱਤਾ ਹੈ। ਦੱਸਦੇ ਕਿ ਪਿਛਲੇ ਮਹੀਨੇ ਪਿੰਡ ਦੀਆਂ 2 ਕੁੜੀਆਂ ਨੂੰ ਉਸੇ ਪਿੰਡ ਦੇ 2 ਮੁੰਡਿਆਂ ਨੇ ਅਗਵਾ ਕੀਤਾ ਸੀ। ਪਰਿਵਾਰ ਦਾ ਕਹਿਣਾ ਹੈ ਕਿ ਸ਼ਿਕਾਇਤ ਦਰਜ ਕਰਵਾਉਣ ਦੇ ਬਾਵਜੂਦ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸੀ। ਜਿਸ ਦੇ ਰੋਸ ਵਜੋਂ ਪਿੰਡ ਵਾਸੀਆਂ ਨੇ ਥਾਣੇ ਦਾ ਘਿਰਾਓ ਕੀਤਾ ਸੀ ਅਤੇ ਕਿਹਾ ਸੀ ਕਿ ਜਲਦ ਦੋਸ਼ੀਆਂ ਦੀ ਭਾਲ ਕਰਕੇ ਸਖਤ ਸਜ਼ਾ ਦਿੱਤੀ ਜਾਵੇ, ਨਹੀਂ ਤਾਂ ਅਣਮਿੱਥੇ ਸਮੇਂ ਲਈ ਥਾਣੇ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਜਾਏਗਾ। ਕੋਰੋਨਾ ਕਾਲ ਦੇ ਵਿੱਚ ਬੰਦ ਹੋਈਆਂ 에ਅਰ ਇੰਡੀਆ ਦੀਆਂ ਫਲਾਈਟਸ ਹੁਣ ਦੁਬਾਰਾ ਸ਼ੁਰੂ ਹੋਣ ਜਾ ਰਹੀਆਂ ਨੇ। ਅੰਮ੍ਰਿਤਸਰ ਦੁਬਈ, ਦਿੱਲੀ ਅੰਮ੍ਰਿਤਸਰ ਆਬੂ ਧਾਬੀ ਅਤੇ ਅੰਮ੍ਰਿਤਸਰ ਰੋਮ ਫਲਾਈਟ ਦੁਆਰਾ ਸ਼ੁਰੂ ਹੋ ਰਹੀ ਹੈ। 에ਅਰ ਇੰਡੀਆ ਨੇ 17 ਮਹੀਨੇ ਬਾਅਦ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ 에ਅਰਪੋਰਟ ਤੋਂ ਅੰਮ੍ਰਿਤਸਰ ਦੁਬਈ ਉਡਾਣਾਂ ਸ਼ੁੱਕਰਵਾਰ ਤੋਂ ਸ਼ੁਰੂ ਕਰ ਦਿੱਤੀਆਂ ਨੇ। 6 ਸਤੰਬਰ ਤੋਂ ਦਿੱਲੀ ਅੰਮ੍ਰਿਤਸਰ ਆਬੂ ਧਾਬੀ ਫਲਾਈਟ ਰਾਤ 9 ਵਜੇ ਚੱਲੇਗੀ ਤੇ ਉਡਾਨ ਵੀ ਹਫ਼ਤਾਵਾਰੀ ਹੋਵੇਗੀ। 8 ਸਤੰਬਰ ਤੋਂ ਅੰਮ੍ਰਿਤਸਰ ਰੋਮ ਫਲਾਈਟ ਵੀ ਬੁੱਧਵਾਰ ਤੋਂ ਸ਼ੁਰੂ ਹੋਵੇਗੀ। ਬਾਘਾ ਪੁਰਾਣਾ ਦੇ ਥਾਣੇ 'ਚ ਤੈਨਾਤ ਸਬ ਇੰਸਪੈਕਟਰ ਰਿਸ਼ਵਤ ਲੈਂਦਿਆਂ ਹੋਇਆ ਰੰਗੇ ਹੱਥੀਂ ਕਾਬੂ ਕੀਤਾ ਗਿਆ। ਉਸ ਦੀ ਜੇਬ ਵਿੱਚੋਂ 20,000 ਰੁਪਏ ਰਿਸ਼ਵਤ ਦੇ ਵੀ ਬਰਾਮਦ ਹੋਏ। ਦੱਸਿਆ ਜਾ ਰਿਹਾ ਹੈ ਕਿ 6 ਮਹੀਨੇ ਪਹਿਲਾਂ ਸਬ ਇੰਸਪੈਕਟਰ ਵੱਲੋਂ ਨੌਜਵਾਨ ਤੇ ਚਿੱਟੇ ਦਾ ਕੇਸ ਦਰਜ ਕੀਤਾ ਗਿਆ ਸੀ ਅਤੇ ਇਸ ਕੇਸ ਵਿੱਚ ਪਰਿਵਾਰ ਦੀ ਸਵਿਫਟ ਕਾਰ ਵੀ ਜ਼ਬਤ ਕੀਤੀ ਗਈ ਸੀ। ਇਸ ਨੂੰ ਛੱਡਣ ਲਈ ਸਬ ਇੰਸਪੈਕਟਰ ਦੇ ਵੱਲੋਂ ਪਰਿਵਾਰ ਤੋਂ 50,000 ਦੀ ਮੰਗ ਕੀਤੀ ਗਈ ਸੀ ਅਤੇ 20,000 ਲੈਂਦਾ ਹੋਇਆ ਉਹ ਕਾਬੂ ਕੀਤਾ ਗਿਆ। ਇਹ ਸਬ ਇੰਸਪੈਕਟਰ ਲੋਕਾਂ ਵੱਲੋਂ ਕਾਬੂ ਕੀਤਾ ਗਿਆ ਹੈ ਤੇ ਮੌਕੇ ਦੀ ਵੀਡੀਓ ਵੀ ਬਣਾਈ ਗਈ ਹੈ। ਪਠਾਨਕੋਟ 'ਚ ਸ਼ਰਾਬ ਦੇ ਠੇਕੇਦਾਰਾਂ ਦੇ ਵੱਲੋਂ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਤੇ ਸ਼ਰਾਬ ਦੇ ਠੇਕੇ ਨਿਰਧਾਰਤ ਸਮੇਂ ਤੋਂ ਪਹਿਲਾਂ ਹੀ ਖੋਲ੍ਹੇ ਜਾਂਦੇ ਨੇ ਤੇ ਬੰਦ ਕਰਨ ਦੇ ਨਿਰਧਾਰਤ ਸਮੇਂ ਤੋਂ ਬਾਅਦ ਵੀ ਸ਼ਰਾਬ ਵੇਚੀ ਜਾਂਦੀ ਹੈ। ਸਰਕਾਰ ਦੇ ਵੱਲੋਂ ਠੇਕੇ ਖੋਲ੍ਹਣ ਦਾ ਸਮਾਂ ਸਵੇਰੇ 9 ਵਜੇ ਅਤੇ ਬੰਦ ਕਰਨ ਦਾ ਸਮਾਂ ਰਾਤ ਦੇ 11 ਵਜੇ ਤੱਕ ਨਿਰਧਾਰਿਤ ਕੀਤਾ ਗਿਆ। ਜਦੋਂ ਇਸ ਮਾਮਲੇ ਸੰਬੰਧੀ ਐਕਸਾਈਜ਼ ਵਿਭਾਗ ਦੇ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਰਟਿਆ ਰਟਾਇਆ ਜਵਾਬ ਦਿੰਦਿਆਂ ਕਿਹਾ ਹੈ ਕਿ ਮਾਮਲਾ ਸਾਡੇ ਧਿਆਨ 'ਚ ਲਿਆ ਦਿੱਤਾ ਗਿਆ ਹੈ ਅਤੇ ਚੈਕਿੰਗ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਏਗੀ। ਖਬਰ ਅੰਮ੍ਰਿਤਸਰ ਤੋਂ ਹੈ, ਜਿੱਥੇ ਕਿ ਚੋਰੀ ਦਾ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ। ਬੱਸ ਸਟੈਂਡ ਤੋਂ ਚੋਰਾਂ ਨੇ ਹਰਿਆਣਾ ਦੀ ਬੱਸ ਚੋਰੀ ਕਰ ਲਈ ਤੇ ਪਹਿਲਾਂ ਉਸ 'ਚੋਂ 2 ਬੈਟਰੀਆਂ ਤੇ ਜ਼ਰੂਰਤ ਦਾ ਸਮਾਨ ਕੱਢਿਆ। ਬਾਅਦ ਦੇ ਵਿੱਚ ਬੱਸ ਨੂੰ ਸੜਕ ਦੇ ਵਿਚਾਲੇ ਲਗਾ ਕੇ ਚੋਰ ਉੱਥੋਂ ਫਰਾਰ ਹੋ ਗਏ। ਡਰਾਈਵਰ ਨੇ ਦੱਸਿਆ ਕਿ ਬੱਸ ਸਟੈਂਡ ਤੇ ਉਹ ਖਾਣਾ ਖਾਣ ਦੇ ਲਈ ਗਏ ਸਨ ਕਿ ਆ ਕੇ ਦੇਖਿਆ ਤਾਂ ਉਹਨਾਂ ਦੀ ਬੱਸ ਉੱਥੇ ਨਹੀਂ ਸੀ। ਖਬਰ ਡੇਰਾ ਬਾਬਾ ਨਾਨਕ ਤੋਂ ਹੈ, ਜਿੱਥੇ ਸਰਹੱਦ ਦੇ ਨਜ਼ਦੀਕ ਕੁਝ ਨੌਜਵਾਨਾਂ ਦੇ ਵੱਲੋਂ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ ਗਈਆਂ। ਦੱਸਿਆ ਜਾ ਰਿਹਾ ਹੈ ਕਿ ਗੱਡੀਆਂ 'ਚ ਆਏ 1.5 ਦਰਜਨ ਤੋਂ ਵੱਧ ਨੌਜਵਾਨਾਂ ਦੇ ਵੱਲੋਂ ਅਚਾਨਕ ਗੋਲੀਆਂ ਚਲਾ ਦਿੱਤੀਆਂ ਗਈਆਂ। ਦੂਜੀ ਧਿਰ ਤੇ ਨੌਜਵਾਨਾਂ ਵੱਲੋਂ ਭੱਜ ਕੇ ਆਪਣੀਆਂ ਜਾਨਾਂ ਬਚਾਈਆਂ ਗਈਆਂ।
पीड़ित नौजवान के मुताबिक पुरानी रंजिश च यह फायरिंग की गई है, जिसकी सूचना पुलिस को दी गई है। पुलिस के वालों मामला दर्ज करके कार्रवाई की जा रही है। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਤੋਂ ਬੇहद ਦੁਖਦ ਖਬਰ ਸਾਹਮਣੇ ਆਈ, जिथे भयानक सड़क हादसे विच भारत के 2 नौजवान विद्यार्थी कुलवीर सिंह और उसके साथी सिद्धांत गर्ग की मौत हो जाने की खबर है। इस हादसे में 3 होर नौजवान बुरी तरह नाल ਜ਼ਖਮੀ हो गए ने ਅਤੇ ਦੋਵੇਂ ਮ੍ਰਿਤਕ ਨੌਜਵਾਨ ਪੰਜਾਬ ਦੇ ਫਰੀਦਕੋਟ ਦੇ ਨਾਲ ਸੰਬੰਧ ਰੱਖਦੇ ਨੇ। दूजे पासे बेल्जियम के विच भी 30 साला पंजाबी नौजवान जतिंदर सिंह की दिल का दौरा पैण दे नाल मौत हो गई है, जो कि नवां शहर के पिंड पठवाला नाल संबंधित सी। ਧਨੌਲਾ ਦੀ ਮਾਤਾ ਗੁਜਰੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਵਰਗਵਾਸੀ ਹਰਮਨਜੋਤ ਸਿੰਘ ਭੱਠਣ ਦੀ ਯਾਦ 'ਚ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। युवक सेवावां क्लब के डायरैक्टर विजय भास्कर की अगवाई हेठ कैंप ਨੂੰ आयोजित किया गया ਤੇ नौजवानों ਨੂੰ नशਿਆਂ ਤੋਂ दूर रहने के लिए प्रेरित किया गया है। इस मौके कैंप विच 70 के करीब लोगों ने खूनदान किया। एक नजर पा लेने राष्ट्रीय खबरों ते। गुजरात विच जूनागढ़ जिले के 2 पुलिस मुलाजमां ਨੂੰ फौज के एक जवान की कुटमार के दोष विच मुअत्तल कर दिया गया है। घटना ਨਾਲ संबंधित वीडियो वायरल होने तो बाद उन्हां खिलाफ कार्रवाई की गई। इस संबंध में एक अधिकारी दस्सिया है कि जूनागढ़ के पुलिस प्रधान रवि तेजा वासम सेट्टी के हुक्म से बंटवा थाने में तैनात राजेश बंदिया और चेतन मकवाना ਨੂੰ ਮੁਅੱਤਲ कर दिया गया है। जम्मू कश्मीर के पुंछ जिले में कंट्रोल लाइन से फौज ने भारी हथियारों के नाल लैस अतवादियों के एक समूह की घुसपैठ की कोशिश को नाकाम कर दिया। रक्षा अधिकारियों ने जानकारी दी है। रक्षा बुलारा लेफ्टिनेंट कर्नल देवेंद्र आनंद ने दस्सिया है कि घुसपैठ की कोशिश का पता भारतीय फौज के चौकस नौजवानों ने लगाया। रुक करते हैं अंतरराष्ट्रीय खबरों के वल। अफगानिस्तान से कब्जा करने वाले अतवादी संगठन तालिबान ने हिजाब ना पाउण वालियां औरतां लई नवां आदेश जारी किया। तालिबान ने कहा है कि देश में सिर्फ हिजाब पाउण वालियां औरतां नूं ही सिੱਖਿਆ ਅਤੇ ਕੰਮ ਦਾ ਅਧਿਕਾਰ मिलेगा ਅਤੇ ਅਮਰੀਕਾ ਨੂੰ देश के ਸੱਭਿਆਚਾਰ ਨੂੰ ਬਦਲਣ ਦੀ कोशिश नहीं करनी चाहिए। सुहेल शाहीन ने कहा है कि औरतों के अधिकारियों के बारे में कोई समस्या नहीं होगी, उन्होंने सिक्ख्या ते काम के बारे कोई भी समस्या नहीं आएगी। साडा सभ्याचार है कि वो हिजाब के नाल सिक्ख्या प्राप्त कर सकदियां ने अते हिजाब के नाल ही काम कर सकदियां ने। अमरीका के सूबे इंडियाना के शहर मंसी विखे गैस स्टेशन तो काम करके पैदल जा रहे एक पंजाबी मूल के नौजवान रणजीत सिंह का किसी अनपछाते व्यक्ति वालों गोली मार के कतल कर दिया गया है। जानकारी के मुताबिक इंडियाना के शहर मंसी विखे स्थित एक गैस स्टेशन तो काम करके ये नौजवान पैदल अपने घर नूं आ रहा सी तां साउथ मेडिसन स्ट्रीट ते उसनूं किसी अणपछाते व्यक्ति ने गोली मार दी और उसका कतल कर दिता। मृतक की पछाण रणजीत सिंह वजों हुई है। ਵਪਾਰ ਜਗਤ 'ਚ ਕਿਹੜੇ ਦੇ ਉਤਾਰ ਚੜ੍ਹਾਅ ਕਿਸ ਨੂੰ ਹੋਇਆ ਨੁਕਸਾਨ ਕੌਣ ਰਿਹਾ ਫਾਇਦੇ 'ਚ ਜਾਣਦੇ ਆ ਬਿਜ਼ਨਸ ਨਿਊਜ਼ 'ਚ। अमरीकी फूड चेन कंपनी मैकडॉनल्ड 40 साल के इतिहास च पहली बार कामियां की किल्लत का सामना कर रही है। इस समस्या के हल लई कंपनी की ओरेगन स्थित फ्रेंचाइजी ने 14 साल तो 15 साल तक के बच्चों की भर्ती शुरू कर दी। कंपनी ने इस बारे रेस्टोरेंट के बाहर विज्ञापन लिखे बैनर लगा दिते ने ते नियुक्तियां किरत कानूनों के तहत हो रही ने। श्रीलंका इस समय भारी संकट का सामना कर रहा है। श्रीलंका ने अनाज संकट को लेकर एमरजेंसी की स्थिति घोषित की है क्योंकि प्राइवेट बैंकों के कोल दरामद के लिए विदेशी मुद्रा की घाट है। राष्ट्रपति गोटाबाया राजपक्षे ने मंगलवार को जनतक सुरक्षा आर्डीनेंस के तहत चौलां और खंड समेत जरूरी समान की जमाबंदी को रोकने लिए एमरजेंसी की स्थिति का ऐलान कर दिया है। एक नज़र बॉलीवुड गपशप के वल। पंजाबी गायक और रैपर हनी सिंह की जिंदगी के विच इन्ने दिनी तूफान आया हुआ। हुण दिल्ली की अदालत ने हनी सिंह की पत्नी शालिनी तलवार नूं सहुरे घर चों समान इकट्ठा करने की आग्या दे दी है। इस नाल ही कोर्ट ने हनी सिंह के परिवार नूं निर्देश दिता है कि वह किसी भी तरह की गलत बयानबाजी ना करे। अदाकार सिद्धार्थ शुक्ला की मौत तो बाद मुंबई पुलिस काफ़ी चौकन्नी दिखाई दे रही है। उन्हां दीआं अंतड़ियां अते कुछ होर अंदरूनी अंगन फोरेंसिक जांच लई प्रयोगशाला विच भेजिया।
ਮੰਨਿਆ ਜਾ ਰਿਹਾ ਹੈ ਕਿ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਉੱਠੇ ਸਵਾਲਾਂ ਤੋਂ ਸਬਕ ਲੈਂਦੇ ਹੋਏ ਇਸ ਵਾਰ ਪੁਲਿਸ ਸੰਭਲ ਕੇ ਚੱਲ ਰਹੀ ਹੈ। ਸੂਤਰਾਂ ਨੇ ਕਿਹਾ ਕਿ ਅਦਾਕਾਰ ਦੀ ਆਟੋਪਸੀ ਰਿਪੋਰਟ ਦੇ ਵਿੱਚ ਕਿਸੇ ਅੰਦਰੂਨੀ ਸੱਟ ਦਾ ਖੁਲਾਸਾ ਨਹੀਂ ਹੋਇਆ ਹੈ, ਪਰ ਗੜਬੜੀ ਦੇ ਖਦਸ਼ੇ ਨੂੰ ਦੂਰ ਕਰਨ ਲਈ ਨਮੂਨੇ ਲੈਬ ਵਿੱਚ ਭੇਜੇ ਗਏ ਨੇ। ਰੁਕ ਕਰਦੀਆਂ ਖੇਡ ਦੇ ਮੈਦਾਨ ਤੇ ਵੱਲ। ਭਾਰਤ ਤੇ ਇੰਗਲੈਂਡ ਵਿਚਾਲੇ ਮੌਜੂਦਾ ਟੈਸਟ ਸੀਰੀਜ਼ ਵਿੱਚ ਵਾਰ-ਵਾਰ ਸੁਰੱਖਿਆ ਦੀ ਉਲੰਘਣਾ ਕਰਕੇ ਮੈਦਾਨ 'ਚ ਦਾਖਲ ਹੋਣ ਵਾਲੇ ਯੂਟਿਊਬਰ ਡੈਨੀਅਲ ਜਾਰਵਿਸ ਜਾਰਵੋ 99 ਨੂੰ ਚੌਥੇ ਕ੍ਰਿਕਟ ਟੈਸਟ ਦੇ ਦੂਜੇ ਦਿਨ ਲੰਚ ਤੋਂ ਪਹਿਲਾਂ ਓਵਲ ਮੈਦਾਨ ਦੇ ਵਿੱਚ ਦਾਖਲ ਤੋਂ ਬਾਅਦ ਆਖਿਰਕਾਰ ਦੱਖਣੀ ਲੰਡਨ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਜਾਰਵੋ 69 ਦੇ ਨਾਂ ਨਾਲ ਮਸ਼ਹੂਰ ਜਾਰਵਿਸ 3 ਮੈਚਾਂ ਵਿੱਚ ਤੀਜੀ ਵਾਰ ਮੈਦਾਨ ਦੇ ਵਿੱਚ ਦਾਖਲ ਹੋ ਚੁੱਕੇ ਨੇ। ਯਾਰਕਸ਼ਾਇਰ ਕਾਊਂਟੀ ਨੇ ਉਸ ਤੇ ਉਮਰ ਭਰ ਦੇ ਲਈ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਸੀ, ਪਰ ECB ਨੇ ਕੋਈ ਵੱਡਾ ਕਦਮ ਨਹੀਂ ਚੁੱਕਿਆ। ਖੇਡ ਮੰਤਰੀ ਅਨੁਰਾਗ ਠਾਕੁਰ ਨੇ ਜੈਵਲਿਨ ਥਰੋਅਰ ਦੇਵੇਂਦਰ ਝਾਝਰੀਆ ਅਤੇ ਸੁਮਿਤ ਅੰਤਿਲ ਸਮੇਤ ਪੈਰਾਲੰਪਿਕ ਤਗਮਾ ਜੇਤੂਆਂ ਨੂੰ ਸਨਮਾਨਿਤ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਇਹ ਖੇਡ ਆਉਣ ਵਾਲੇ ਸਮੇਂ ਦੇ ਵਿੱਚ ਕ੍ਰਿਕਟ ਦੀ ਤਰ੍ਹਾਂ ਹੀ ਪ੍ਰਸਿੱਧ ਹੋਵੇਗੀ। ਟੋਕੀਓ ਓਲੰਪਿਕਸ ਦੇ ਵਿੱਚ ਜੈਵਲਿਨ ਥਰੋ ਵਿੱਚ ਨੀਰਜ ਚੋਪੜਾ ਦੇ ਇਤਿਹਾਸਕ ਸੋਨ ਤਗਮੇ ਤੋਂ ਬਾਅਦ ਅੰਤਿਲ ਝਾਝਰੀਆ ਅਤੇ ਸੁੰਦਰ ਸਿੰਘ ਗੁਰਜਰ ਨੇ ਪੈਰਾਲੰਪਿਕ ਵਿੱਚ ਵੀ ਜੈਵਲਿਨ ਥਰੋ 'ਚ ਤਗਮੇ ਜਿੱਤੇ ਨੇ। ਫਟਾਫਟ 100 ਦੇ ਵਿੱਚ ਅੱਜ ਬਸ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।